ਹੈਲੋ एवरीवन ਅੱਜ ਦਾ ਆਪਣਾ ਟੌਪਿਕ ਆ ਕਲਾਸ 11th ਦਾ ਐਕਸਰਸਾਈਜ਼ 3.2 ਟ੍ਰਿਗਨੋਮੈਟ੍ਰਿਕ ਫੰਕਸ਼ਨਸ। ਪਹਿਲਾਂ ਆਪਾਂ ਇਹਦੀ ਇੰਟਰੋਡਕਸ਼ਨ ਦੇਖਾਂਗੇ, ਫਿਰ ਆਪਾਂ ਐਕਸਰਸਾਈਜ਼ ਦੇ ਕੁਐਸਚਨਸ ਕਰਾਂਗੇ। ਠੀਕ ਹੈ, ਇਹਦੀ ਐਕਸਰਸਾਈਜ਼ ਦੇ ਵਿੱਚ ਉਹੀ ਕੁਐਸਚਨ ਆਪਾਂ ਦੋ ਵੇਜ਼ ਨਾਲ ਕਰ ਸਕਦੇ ਹਾਂ, ਇੱਕ 10th ਵਾਲੇ ਵੇ ਨਾਲ, ਇੱਕ ਆਪਣਾ ਅਪਰ ਲੈਵਲ ਨਾਲ। ਠੀਕ ਹੈ, ਆਪਾਂ ਈਜ਼ੀ ਮੈਥਡ ਨਾਲ ਹੀ ਕਰਾਂਗੇ। ਸਭ ਤੋਂ ਪਹਿਲਾਂ ਇੰਟਰੋਡਕਸ਼ਨ ਦੇਖੋ। ਇੰਟਰੋਡਕਸ਼ਨ ਵੀ ਆਪਾਂ ਪਹਿਲਾਂ 10th ਕਲਾਸ 'ਚ ਕਰ ਚੁੱਕੀ ਆ, ਸਿਰਫ ਰਿਵਾਈਜ਼ ਕਰਵਾ ਰਹੀ ਹਾਂ ਮੈਂ। ਦੇਖੋ ਆਪਣੇ ਕੋਲ ਪੜ੍ਹਿਆ ਸੀ ਆਪਾਂ, ਪੰਡਤ ਬਦਰੀ ਪ੍ਰਸ਼ਾਦ ਹਰ ਹਰ ਬੋਲੇ ਸੋਨਾ ਚਾਂਦੀ ਤੋਲੇ। ਐਸ ਤੋਂ ਸੀ ਸਾਈਨ ਥੀਟਾ, ਸੀ ਤੋਂ ਸੀ ਕੋਸ ਥੀਟਾ, ਟੀ ਤੋਂ ਸੀ ਟੈਨ ਥੀਟਾ। ਠੀਕ ਹੈ, ਮਤਲਬ ਆਪਾਂ ਕੋਈ ਟਰਾਇੰਗਲ ਲੈ ਕੇ ਚੱਲਦੇ ਹਾਂ, ਰਾਈਟ ਐਂਗਲ ਟਰਾਇੰਗਲ ਹੋਊਗੀ ਆਲਵੇਜ਼ ਉਹ। ਠੀਕ ਹੈ, ਏ ਬੀ ਸੀ ਲੈ ਕੇ ਚੱਲਦੇ ਹਾਂ ਆਪਾਂ, ਇੱਥੇ ਕੋਈ ਐਂਗਲ ਥੀਟਾ ਲੈ ਕੇ ਚੱਲਦੇ ਹਾਂ। ਠੀਕ ਹੈ, ਤਾਂ ਆਪਣਾ ਬੇਸ ਹੋਊਗਾ, ਆ ਆਪਣਾ ਹਾਈਪੋਟੀਨਿਊਜ਼ ਹੋਊਗਾ, ਆ ਆਪਣਾ ਪਰਪੈਂਡੀਕੂਲਰ ਹੋਊਗਾ। ਠੀਕ ਹੈ, ਜੇ ਇੱਥੋਂ ਆਪਾਂ ਸਾਈਨ ਥੀਟਾ ਦੀ ਵੈਲਿਊ ਕੱਢਣੀ ਆ ਤਾਂ ਉਹ ਕੀ ਹੋਊਗੀ, ਪੀ ਅਪੋਨ ਐਚ। ਠੀਕ ਹੈ, ਜੇ ਕੋਸ ਥੀਟਾ ਕੱਢਣਾ ਉਹ ਕੀ ਹੋਊਗਾ ਆਪਣਾ, ਬੀ ਅਪੋਨ ਐਚ। ਟੈਨ ਥੀਟਾ ਆਪਣਾ ਕੀ ਹੋਊਗਾ, ਪੀ ਅਪੋਨ ਬੀ। ਠੀਕ ਹੈ, ਸਾਈਨ ਦਾ ਰੈਸੀਪ੍ਰੋਕਲ ਕਿਹੜਾ ਸੀ, ਕੋਸਿਕੈਨ ਥੀਟਾ। ਤਾਂ ਕੋਸਿਕੈਨ ਥੀਟਾ ਦੀ ਵੈਲਿਊ ਕੀ ਆ ਜੂ, ਐਚ ਅਪੋਨ ਪੀ। ਕੋਸ ਥੀਟਾ ਦਾ ਰੈਸੀਪ੍ਰੋਕਲ ਕਿਹੜਾ ਸੀ, ਸੀਕੈਨ ਥੀਟਾ। ਤਾਂ ਸੀਕੈਨ ਥੀਟਾ ਕੀ ਆ ਜੂ, ਐਚ ਅਪੋਨ ਬੀ। ਟੈਨ ਦਾ ਰੈਸੀਪ੍ਰੋਕਲ ਕਿਹੜਾ ਸੀ ਆਪਣਾ, ਕੋਟ ਥੀਟਾ। ਤਾਂ ਕੋਟ ਦੀ ਵੈਲਿਊ ਕੀ ਆ ਜੂ, ਬੀ ਅਪੋਨ ਪੀ। ਇੱਕ ਵਾਰ ਇੱਥੇ ਲਿਖ ਦਿੰਦੇ ਆ, ਸਾਈਨ ਥੀਟਾ ਦਾ ਰੈਸੀਪ੍ਰੋਕਲ ਕੋਸਿਕੈਨ ਥੀਟਾ, ਕੋਸਿਕੈਨ ਦਾ ਸਾਈਨ ਬਣ ਜੂ। ਠੀਕ ਹੈ, ਕੋਸ ਥੀਟਾ ਦਾ ਰੈਸੀਪ੍ਰੋਕਲ ਸੀਕੈਨ ਥੀਟਾ ਐਂਡ ਟੈਨ ਥੀਟਾ ਇਕਲਸ ਟੂ 1 ਅਪੋਨ ਕੋਟ ਥੀਟਾ। ਠੀਕ ਹੈ, ਟੈਨ ਤੇ ਕੋਟ ਦੇ ਇੱਕ ਇੱਕ ਹੋਰ ਫਾਰਮੂਲੇ ਸੀ, ਉਹ ਕੀ ਸੀ, ਟੈਨ ਥੀਟਾ ਇਕਲਸ ਟੂ, ਜੇ ਆਪਾਂ ਸਾਈਨ ਤੇ ਕੋਸ ਨੂੰ ਦੋਨਾਂ ਨੂੰ ਡਿਵਾਈਡ ਕਰ ਦਿੰਦੇ ਹਾਂ, ਕਲੀਅਰ, ਤਾਂ ਆਪਣੇ ਕੋਲ ਟੈਨ ਥੀਟਾ ਦੀ ਵੈਲਿਊ ਆ ਜਾਂਦੀ ਹੈ। ਨੈਕਸਟ ਕੋਟ ਦੀ ਵੈਲਿਊ ਕੀ ਆਊਗੀ ਫਿਰ, ਕੋਸ ਅਪੋਨ ਸਾਈਨ ਥੀਟਾ। ਠੀਕ ਹੈ, ਇਹ ਚੀਜ਼ ਪੜ੍ਹੀ ਸੀ ਆਪਾਂ, ਇਹ ਆ ਯਾਦ ਰੱਖਣਾ ਬਸ। ਆ ਯਾਦ ਰੱਖਣ ਦੀ ਕੁਛ ਲੋੜ ਨਹੀਂ, ਤੁਹਾਨੂੰ ਇੰਨਾ ਯਾਦ ਹੋਣਾ ਚਾਹੀਦਾ ਬਸ ਇਹਦੇ ਵਿੱਚ ਤਾਂ, ਕਿ ਸਾਈਨ ਦਾ ਰੈਸੀਪ੍ਰੋਕਲ ਕਿਹੜਾ, ਕੋਸ ਦਾ ਕਿਹੜਾ ਐਂਡ ਟੈਨ ਦਾ ਕਿਹੜਾ। ਠੀਕ ਹੈ, ਫਿਰ ਆਪਾਂ ਤਿੰਨ ਆਇਡੈਂਟੀਟੀਜ਼ ਕੀਤੀਆਂ ਸੀ। ਸਭ ਤੋਂ ਪਹਿਲੀ ਆਇਡੈਂਟੀਟੀ ਆਪਣੀ ਕੀ ਸੀਗੀ, ਸਾਈਨ ਸਕੁਆਇਰ ਥੀਟਾ ਪਲਸ ਕੋਸ ਸਕੁਆਇਰ ਥੀਟਾ ਇਕਲਸ ਟੂ 1। ਇਹਦੇ ਵਿੱਚ ਆਪਣੀ ਕੰਡੀਸ਼ਨ ਕੀ ਹੁੰਦੀ ਸੀ ਕਿ ਆ ਦੋਨੋਂ ਥੀਟਾਸ ਇਕੁਅਲ ਹੋਣੇ ਚਾਹੀਦੇ। ਠੀਕ ਹੈ, ਜਿਵੇਂ ਸਾਈਨ ਸਕੁਆਇਰ ਏ ਪਲਸ ਕੋਸ ਸਕੁਆਇਰ ਬੀ ਹੁੰਦਾ ਤਾਂ ਐਂਗਲਸ ਇਹਨਾਂ ਦੇ ਡਿਫਰੈਂਟ ਸੀ, ਉਹ ਕਦੇ ਵੀ 1 ਦੇ ਇਕੁਅਲ ਨਹੀਂ ਹੋਊਗਾ। ਕਲੀਅਰ, ਸੈਕਿੰਡ ਆਇਡੈਂਟੀਟੀ ਐਂਡ ਥਰਡ ਆਇਡੈਂਟੀਟੀ ਆਪਾਂ ਇਸੇ ਤੋਂ ਹੀ ਬਣਾਈ ਸੀਗੀ। ਉਹ ਕਿਵੇਂ ਸੀ, ਇੱਕ ਵਾਰ ਸਾਈਨ ਨਾਲ ਡਿਵਾਈਡ ਕਰਕੇ, ਇੱਕ ਵਾਰ ਕੋਸ ਨਾਲ। ਜੇ ਇਹਨੂੰ ਆਪਾਂ ਸਾਈਨ ਨਾਲ, ਉਹ ਯਾਦ ਰੱਖਣ ਦੀ ਲੋੜ ਨਹੀਂ। ਦੇਖੋ ਇਹਨੂੰ ਸਾਈਨ ਸਕੁਆਇਰ ਨਾਲ ਡਿਵਾਈਡ ਕਰ ਦਿਓ, ਇੱਥੇ 1 ਆ ਜੂ ਕੱਟ ਕੇ, ਇੱਥੇ ਕੋਸ ਪੌਨ ਸਾਈਨ ਬਣੂ, ਉਹ ਕੀ ਹੁੰਦਾ ਆਪਣਾ ਕੋਟ, ਉੱਪਰ ਸਕੁਆਇਰ ਆ ਜੂ। ਇੱਥੇ 1 ਅਪੋਨ ਸਾਈਨ ਕੀ ਬਣ ਜੂ, ਕੋਸਿਕੈਨ ਸਕੁਆਇਰ। ਕਲੀਅਰ, ਫਿਰ ਥਰਡ ਆਇਡੈਂਟੀਟੀ, ਉਹਨੂੰ ਕੋਸ ਸਕੁਆਇਰ ਨਾਲ ਡਿਵਾਈਡ ਕਰ ਦਿਓ, ਸਾਈਨ ਅਪੋਨ ਕੋਸ ਕੀ ਹੁੰਦਾ, ਟੈਨ ਸਕੁਆਇਰ। ਕੋਸ ਪੌਨ ਕੋਸ ਕੱਟ ਕੇ 1 ਆ ਜੂ, 1 ਅਪੋਨ ਕੋਸ ਕੀ ਹੁੰਦਾ, ਸੀਕੈਂਟ, ਉੱਪਰ ਸਕੁਆਇਰ ਲਗਾ ਦਿਓ। ਕਲੀਅਰ, ਇਹ ਹੋ ਗਈਆਂ ਆਪਣੀਆਂ ਤਿੰਨ ਆਇਡੈਂਟੀਟੀਜ਼। ਨੈਕਸਟ ਆਪਾਂ ਇੱਕ ਟੇਬਲ ਪੜ੍ਹਿਆ ਸੀਗਾ, ਟੇਬਲ ਦੀਆਂ ਵੈਲਿਊਜ਼, ਹੈ ਨਾ। ਉਸ ਤੋਂ ਪਹਿਲਾਂ ਮੈਂ ਇੱਕ ਹੋਰ ਚੀਜ਼ ਦੱਸਦਾ, ਜਦੋਂ ਸਾਈਨ ਦੇ ਨਾਲ ਕੋਈ ਐਂਗਲ ਨੈਗੇਟਿਵ ਪਿਆ ਹੋਵੇ ਤਾਂ ਉਹਦਾ ਨੈਗੇਟਿਵ ਐਂਗਲ ਬਾਹਰ ਆ ਜਾਂਦਾ। ਜਦੋਂ ਕੋਸ ਦੇ ਨਾਲ ਮਾਈਨਸ ਐਕਸ ਪਿਆ ਹੋਵੇ ਤਾਂ ਉਹ ਆਪਦਾ ਮਾਈਨਸ ਸਾਈਨ ਖਾ ਜਾਂਦਾ, ਤਾਂ ਇਕੱਲਾ ਕੋਸ ਐਕਸ ਆ ਜਾਂਦਾ। ਠੀਕ ਹੈ, ਟੈਨ ਦੇ ਨਾਲ ਪਿਆ ਹੋਵੇ ਤਾਂ ਉਹਦਾ ਵੀ ਬਾਹਰ ਆ ਜਾਂਦਾ। ਕਲੀਅਰ, ਐਜ਼ ਇਟ ਇਜ਼ ਆਪਣੇ ਕੋਲ ਕੋਸਿਕੈਨ ਦੇ ਨਾਲ ਪਿਆ ਹੋਵੇ ਤਾਂ ਉਹਦਾ ਵੀ ਬਾਹਰ ਆ ਜਾਂਦਾ ਐਂਗਲ, ਸੌਰੀ ਨੈਗੇਟਿਵ ਸਾਈਨ। ਠੀਕ ਹੈ, ਸੀਕੈਨ ਦਾ ਹੋਵੇ, ਸੀਕੈਨ ਤੇ ਕੋਸ ਆਪਦਾ ਨੈਗੇਟਿਵ ਐਂਗਲ ਖਾਂਦੇ ਨੇਗੇ। ਠੀਕ ਹੈ, ਨੈਗੇਟਿਵ ਸਾਈਨ, ਤਾਂ ਕੋਟ ਦਾ ਟੈਨ ਦਾ ਰੈਸੀਪ੍ਰੋਕਲ ਕੋਟ, ਇਹਦਾ ਵੀ ਬਾਹਰ ਆ ਜਾਏਗਾ। ਕਲੀਅਰ, ਨੈਕਸਟ ਕਰਦੇ ਹਾਂ ਆਪਾਂ ਟੇਬਲ। ਦੇਖੋ ਟੇਬਲ ਆਪਾਂ ਕਿਹੜੀਆਂ ਕਿਹੜੀਆਂ ਵੈਲਿਊਜ਼ ਦਾ ਕੀਤਾ ਸੀਗਾ, 0 ਡਿਗਰੀ, 30 ਡਿਗਰੀ, 45 ਡਿਗਰੀ, 60 ਡਿਗਰੀ, 90 ਡਿਗਰੀ। ਇਸ ਤੋਂ ਅੱਗੇ ਆਪਾਂ ਪੜ੍ਹਾਂਗੇ 180 ਡਿਗਰੀ, 270 ਡਿਗਰੀ ਐਂਡ 360 ਡਿਗਰੀ। ਠੀਕ ਹੈ, ਆਹ ਤਿੰਨ ਨਵੇਂ ਐਡ ਹੋਏ ਨੇ +1 ਦੇ ਵਿੱਚ। ਇੱਥੋਂ ਤੱਕ ਆਪਾਂ ਪਹਿਲਾਂ ਕਰ ਚੁੱਕੇ ਸੀ। ਠੀਕ ਹੈ, 0 ਨੂੰ ਆਪਾਂ 0 ਹੀ ਲਿਖਾਂਗੇ ਜੇ ਆਪਣੇ ਕੋਲ ਇਹਦੇ ਵਿੱਚ ਲਿਖਣਾ ਆਪਾਂ ਐਂਗਲਸ ਦੇ ਵਿੱਚ, ਹੈ ਨਾ। ਇਹ ਆਪਣੇ ਕੋਲ ਰੇਡੀਅਨਸ ਦੇ ਵਿੱਚ ਆ। ਇਹਨੂੰ ਕੀ ਲਿਖਦੇ ਹਾਂ ਆਪਾਂ, π/6, ਇਹਨੂੰ π/4, ਇਹ π/3, ਇਹ ਹੁੰਦਾ π/2, ਇਹ π
270 ਨੂੰ 3 ਪਾਈ ਬਾਈ 2 ਐਂਡ 2 ਪਾਈ ਨੂੰ 2 ਪਾਈ ਸੌਰੀ 360 ਨੂੰ 2 ਪਾਈ ਕਲੀਅਰ। ਨੈਕਸਟ ਆਪਾਂ ਵੈਲਿਊਜ਼ ਕਰਦੇ ਹਾਂ ਇਹਨਾਂ ਦੀਆਂ। ਇੱਧਰ ਸਾਈਨ ਥੀਟਾ, ਕੋਸ ਥੀਟਾ, ਟੈਨ ਥੀਟਾ। ਨੈਕਸਟ ਇਹਨਾਂ ਦੇ ਰੈਸੀਪ੍ਰੋਕਲਸ ਆ ਜਾਣਗੇ, ਉਹ ਤੁਸੀਂ ਬਣਾ ਲਿਓ ਕਲੀਅਰ। ਹਾਂਜੀ ਇਹਦੀ ਵੈਲਿਊ ਸੀ ਸਾਈਨ 0 0, ਇੱਥੇ 1/2 ਬਣਾਉਣਾ ਤੁਹਾਨੂੰ ਸਿਖਾਇਆ ਹੋਇਆ, ਉਹ ਵੀਡੀਓ ਦੇਖ ਸਕਦੇ ਹੋ ਤੁਸੀਂ, ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦੂੰਗੀ ਠੀਕ ਹੈ। ਇਹਦੀ ਵੈਲਿਊ 1/√2, ਇਹਦੀ ਵੈਲਿਊ √3/2, ਇਹਦੀ ਵੈਲਿਊ 1 ਠੀਕ ਹੈ। ਫਿਰ ਇਸ ਤੋਂ ਬਾਅਦ ਪਿੱਛੋਂ ਅੱਗੇ ਲੈ ਕੇ ਆਉਣੇ ਸੀ 1 √3/2, 1/√2, 1/2 0 ਕਲੀਅਰ। ਟੈਨ ਥੀਟਾ ਦਾ ਹੁਣੇ ਫਾਰਮੂਲਾ ਦੱਸਿਆ ਸੀਗਾ ਸਾਈਨ ਥੀਟਾ ਅਪੋਨ ਕੋਸ ਥੀਟਾ, ਦੈਟ ਮੀਨਸ ਉੱਪਰਲੀਆਂ ਵੈਲਿਊਜ਼ ਨੂੰ ਡਿਵਾਈਡ ਕਰਦੇ ਆਓ ਤਾਂ ਆਪਾਂ ਨੂੰ ਆਨਸਰ ਮਿਲ ਹੀ ਜਾਊ ਟੈਨ ਥੀਟਾ ਦਾ। 0/1 0, 0 ਅਪੋਨ ਸਮਥਿੰਗ ਕੋਈ ਵੀ ਵੈਲਿਊ ਕੀ ਦਿੰਦੀ ਆ ਆਪਾਂ ਨੂੰ 0, ਸਮਥਿੰਗ ਅਪੋਨ 0 ਕੀ ਮਿਲਦਾ ਆਪਾਂ ਨੂੰ ਨੋਟ ਡਿਫਾਈਨ ਕਲੀਅਰ ਜਾਂ ਇਨਫਾਈਨਾਈਟ। ਇਹਦੇ ਦੇਖੋ ਇਹਨਾਂ ਦੋਨਾਂ ਨੂੰ ਡਿਵਾਈਡ ਕਰਦੇ ਹਾਂ 2 ਨਾਲ 2 ਕੈਂਸਲ ਵੀ ਗੈਟ 1/√3, ਇਹਦੇ ਨਾਲ √2 ਨਾਲ ਰੂਟ ਕੈਂਸਲ ਵੀ ਗੈਟ 1/1 ਇਕਲਸ ਟੂ 1, 2 ਨਾਲ 2 ਕੈਂਸਲ ਵੀ ਗੈਟ √3/1 ਚਾਹੇ √3 1/0 ਸਮਥਿੰਗ ਅਪੋਨ 0 ਇਕਲਸ ਟੂ ਨੋਟ ਡਿਫਾਈਨ ਕਲੀਅਰ। 180 270 ਐਂਡ 360 ਦੀਆਂ ਵੈਲਿਊਜ਼ ਯਾਦ ਕਰਨੀਆਂ ਪੈਣਗੀਆਂ ਤੁਹਾਨੂੰ। ਸਾਈਨ 180 ਦੀ ਵੈਲਿਊ ਹੁੰਦੀ ਆ 0, ਸਾਈਨ 180 ਕਿੰਨਾ ਹੁੰਦਾ 0, cos 180 ਹੁੰਦਾ -1, tan 180 ਹੁੰਦਾ 0 ਠੀਕ ਹੈ। ਨੈਕਸਟ 270 ਤੇ -1 ਸਾਈਨ, cos ਕਿੰਨਾ ਹੁੰਦਾ 0 ਐਂਡ tan ਹੁੰਦਾ ਨੋਟ ਡਿਫਾਈਨ ਠੀਕ ਹੈ। 360 ਤੇ ਸਾਈਨ 360 ਹੁੰਦਾ 0, cos 360 ਹੁੰਦਾ 1, tan 360 ਹੁੰਦਾ 0। ਜੇ ਨਾ ਵੀ ਯਾਦ ਰਹਿਣਗੀਆਂ ਤਾਂ ਇਹ ਬਣਾਉਣੀਆਂ ਸਿਖਾ ਦਿੰਦੀ ਆ। ਦੇਖੋ ਜਿਵੇਂ ਮੰਨ ਲਓ ਤੁਸੀਂ ਸਾਈਨ 180 ਦੀ ਵੈਲਿਊ ਫਾਈਂਡ ਆਊਟ ਕਰਨੀ ਹੈ ਨਾ, ਅੱਗੇ ਡਿਟੇਲ ਦੇ ਵਿੱਚ ਸਮਝਾਉਂਗੀ, ਇੱਕ ਵਾਰ ਦੱਸ ਦਿੰਦੀ ਹਾਂ। ਸਾਈਨ 90 + 90 ਲਿਖ ਸਕਦੇ ਹੋ ਇਹਨੂੰ, 90 ਦੇ ਨਾਲ ਅੱਗੇ ਦੱਸੂ ਚੇਂਜ ਹੁੰਦਾ ਹੈ ਜਾਂ ਨਹੀਂ ਹੁੰਦਾ, ਉਹਦੀਆਂ ਤੁਸੀਂ ਵੈਲਿਊਜ਼ ਪੁੱਟ ਕਰੀ ਜਾਓਗੇ ਠੀਕ ਹੈ, ਉਹ ਕਰਵਾਉਣੀ ਆ ਅੱਗੇ। ਹੁਣ ਦੇਖੋ ਪਹਿਲਾਂ ਅੱਗੇ ਦੇਖੋ ਆਪਣੇ ਕੋਲ ਇੱਥੇ ਹੁੰਦਾ 0 ਡਿਗਰੀ, ਇਹਨੂੰ ਆਪਾਂ 360 ਵੀ ਲਿਖ ਸਕਦੇ ਹਾਂ ਠੀਕ ਹੈ। ਇੱਥੇ ਹੁੰਦਾ ਆਪਣੇ ਕੋਲ 90 ਡਿਗਰੀ, ਇੱਥੇ ਹੁੰਦਾ 180 ਡਿਗਰੀ। ਇਹ ਵੈਲਿਊਜ਼ ਫਾਈਂਡ ਆਊਟ ਕਰਨ ਲਈ ਇੱਦਾਂ ਦੀਆਂ ਹੈ ਨਾ। ਇੱਥੇ ਹੁੰਦਾ 270 ਡਿਗਰੀ ਠੀਕ ਹੈ। ਇਹ ਆਪਣਾ ਪਲੇਨ ਹੈ ਕੋਈ, 0 ਡਿਗਰੀ ਤੋਂ ਸਟਾਰਟ ਹੁੰਦਾ, ਇੱਥੇ 90 ਡਿਗਰੀ ਐਂਗਲ, ਇੱਥੇ 180 ਡਿਗਰੀ ਐਂਗਲ, ਇੱਥੇ 270 ਠੀਕ ਹੈ। ਮਤਲਬ ਇਹਨੂੰ 0 ਔਰ 2 ਪਾਈ, ਇਹ π/2, ਇਹ ਪਾਈ, ਇੱਥੇ 3π/2 ਕਲੀਅਰ। ਹੁਣ ਦੇਖੋ ਇਹ ਫਸਟ ਕੁਆਡਰੈਂਟ ਹੁੰਦਾ, ਇਹ ਸੈਕਿੰਡ ਕੁਆਡਰੈਂਟ ਹੁੰਦਾ, ਇਹ ਥਰਡ ਕੁਆਡਰੈਂਟ ਹੁੰਦਾ, ਇਹ ਫੋਰਥ ਕੁਆਡਰੈਂਟ ਹੁੰਦਾ ਕਲੀਅਰ। ਆਪਣਾ ਇੱਥੋਂ 0 ਡਿਗਰੀ ਤੋਂ ਸਟਾਰਟ ਹੁੰਦਾ, ਇਹਦੇ ਵਿੱਚ ਆਲ ਪੋਜ਼ਿਟਿਵ ਹੁੰਦੇ ਆ। ਇਹ ਯਾਦ ਕਰਨ ਦਾ ਤਰੀਕਾ ਦੱਸਦੀ ਹਾਂ। ਇੱਥੇ ਸਾਈਨ ਥੀਟਾ ਤੇ ਉਹਦਾ ਰੈਸੀਪ੍ਰੋਕਲ, ਇੱਥੇ ਕੋਸ ਥੀਟਾ ਤੇ ਉਹਦਾ ਰੈਸੀਪ੍ਰੋਕਲ ਪੋਜ਼ਿਟਿਵ ਹੁੰਦੇ ਆ, ਇੱਥੇ ਟੈਨ ਥੀਟਾ ਤੇ ਉਹਦਾ ਰੈਸੀਪ੍ਰੋਕਲ ਹੁੰਦੇ ਆ ਠੀਕ ਹੈ ਪੋਜ਼ਿਟਿਵ। ਇਹ ਕਿਵੇਂ ਯਾਦ ਰੱਖਣਾ ਹੋਣਾ ਹੈ ਤਾਂ ਯਾਦ ਰੱਖਣਾ ਤੁਹਾਨੂੰ ਔਖਾ ਗਾ, ਤਾਂ ਇਹ ਕਿਵੇਂ ਯਾਦ ਰੱਖਣਾ, A ਤੋਂ ਆਫਟਰ, S ਤੋਂ ਸਕੂਲ, C ਤੋਂ ਆਫਟਰ ਸਕੂਲ 2 ਸੌਰੀ ਮਿਸਟੇਕ ਹੋ ਗਈ, ਇੱਥੇ 2, ਇੱਥੇ C, ਇੱਥੇ ਟੈਨ ਥੀਟਾ ਹੁੰਦਾ, ਇੱਥੇ ਕੋਸ ਥੀਟਾ ਹੁੰਦਾ। ਇਹ ਕਿਵੇਂ ਯਾਦ ਰੱਖਣਾ, ਆਫਟਰ ਸਕੂਲ ਟੂ ਕਾਲਜ, ਜਾਂ ਫਿਰ ਐਡ ਸ਼ੂਗਰ ਟੂ ਕੌਫੀ ਕਲੀਅਰ। ਆਫਟਰ ਸਕੂਲ ਟੂ ਕਾਲਜ ਮਤਲਬ ਇੱਥੇ ਆਲ ਪੋਜ਼ਿਟਿਵ ਹੁੰਦੇ ਆ, ਇੱਥੇ ਸਾਈਨ ਥੀਟਾ ਤੇ ਉਹਦਾ ਰੈਸੀਪ੍ਰੋਕਲ ਮਤਲਬ ਕੋਸਿਕੈਨ ਥੀਟਾ ਪੋਜ਼ਿਟਿਵ ਹੁੰਦੇ ਆ, ਬਾਕੀ ਸਾਰੇ ਨੈਗੇਟਿਵ ਹੋਣਗੇ। ਜਿੰਨੇ ਵੀ ਆਪਾਂ ਕਿੰਨੇ ਪੜ੍ਹੇ ਸੀ, ਇਹ 6 ਪੜ੍ਹੇ ਸੀ ਨਾ, ਬਾਕੀ ਸਾਰੇ ਇੱਥੇ ਨੈਗੇਟਿਵ ਹੋਣਗੇ, ਇਹ ਦੋਨੇ ਪੋਜ਼ਿਟਿਵ ਹੋਣਗੇ। ਇੱਥੇ ਟੈਨ ਥੀਟਾ ਤੇ ਉਹਦਾ ਰੈਸੀਪ੍ਰੋਕਲ ਕੋਡ ਥੀਟਾ ਇਹ ਪੋਜ਼ਿਟਿਵ ਹੋਣਗੇ, ਬਾਕੀ ਸਾਰੇ ਨੈਗੇਟਿਵ। ਇੱਥੇ ਕੋਸ ਥੀਟਾ ਐਂਡ ਉਹਦਾ ਰੈਸੀਪ੍ਰੋਕਲ ਸੀਕੈਨ ਥੀਟਾ ਇਹ ਪੋਜ਼ਿਟਿਵ ਹੋਣਗੇ, ਬਾਕੀ ਸਾਰੇ ਨੈਗੇਟਿਵ ਕਲੀਅਰ। ਹੁਣ ਦੇਖੋ 90 ਐਂਡ
270 ਨਾਲ ਚੇਂਜ ਹੋਊਗਾ। ਚੇਂਜ ਦਾ ਮਤਲਬ ਜਿਵੇਂ ਇੱਥੇ ਆਪਾਂ ਕੀਤਾ ਸੀ ਸਾਈਨ 90, ਜੇ ਆਪਾਂ ਇੱਥੇ ਲਿਖਿਆ ਹੁੰਦਾ ਸਾਈਨ 270 ਕੁਛ ਹੈ ਨਾ, 270 ਪਲੱਸ ਜਾਂ 270 ਮਾਈਨਸ ਉਹਦਾ ਕੁਛ, ਤਾਂ ਉਹਦੇ ਨਾਲ ਚੇਂਜ ਹੁੰਦਾ। ਚੇਂਜ ਕਿਵੇਂ ਹੋਊਗਾ? ਸਾਈਨ ਕਾਹਦੇ ਵਿੱਚ ਚੇਂਜ ਹੁੰਦਾ? ਕੌਸ ਦੇ ਵਿੱਚ। ਕੌਸ ਕਾਹਦੇ ਵਿੱਚ ਹੁੰਦਾ? ਸਾਈਨ ਦੇ ਵਿੱਚ। ਇਹ ਵੀ ਆਪਾਂ 10th ਦੇ ਵਿੱਚ ਕਰ ਚੁੱਕੇ ਹਾਂ। ਟੈਨ ਕਾਹਦੇ ਵਿੱਚ ਚੇਂਜ ਹੁੰਦਾ? ਕੋਟ ਦੇ ਵਿੱਚ। ਐਂਡ ਕੋਟ ਕਾਹਦੇ ਵਿੱਚ ਚੇਂਜ ਹੁੰਦਾ? ਟੈਨ ਦੇ ਵਿੱਚ। ਨੈਕਸਟ ਰਹਿ ਗਿਆ ਸੀਕੈਂਡ ਕਾਹਦੇ ਵਿੱਚ ਹੁੰਦਾ? ਕੋਸੀਕੈਂਡ ਦੇ ਵਿੱਚ। ਐਂਡ ਕੋਸੀਕੈਂਡ ਕਾਹਦੇ ਵਿੱਚ ਚੇਂਜ ਹੁੰਦਾ? ਸੀਕੈਂਡ ਦੇ ਵਿੱਚ। ਕਲੀਅਰ? ਜਿਵੇਂ ਦੇਖੋ ਆਪਾਂ ਸਾਈਨ 90 ਪਲੱਸ 90 ਲਿਖਿਆ ਸੀ, ਤਾਂ 90 ਆ ਇਹਦੇ ਨਾਲ ਚੇਂਜ ਹੋ ਜੂ ਕਿਹਦੇ ਵਿੱਚ? ਸਾਈਨ ਕੋਸ ਦੇ ਵਿੱਚ। ਕਲੀਅਰ? ਹੁਣ ਦੇਖੋ ਜਿਹੜਾ ਆਪਾਂ ਸਾਈਨ ਲਗਾਉਣਾ, ਆਪਾਂ ਗੱਲ ਕਰ ਰਹੇ ਹਾਂ ਇਹ ਪੋਜ਼ਿਟਿਵ ਇਹ ਨੈਗੇਟਿਵ, ਉਹ ਕਿੱਦਾਂ ਲਗਾਉਣਾ? ਦੇਖੋ ਜੇ ਤੁਹਾਡੇ ਕੋਲ ਹੋਊਗਾ 90 ਪਲੱਸ ਤਾਂ ਤੁਸੀਂ ਇੱਦਾਂ ਜਾਣਾ, ਠੀਕ ਹੈ, ਮਤਲਬ ਇੱਧਰੋਂ ਇੱਧਰ ਘੁੰਮਣਾ ਐਵੇਂ ਕਰਕੇ, ਇੱਥੇ ਆ ਕੇ ਸਰਕਲ ਪੂਰਾ ਹੋਊਗਾ ਆਪਣਾ। ਸਾਈਨ 90 ਪਲੱਸ ਤਾਂ ਅੱਗੇ ਨੂੰ ਜਾਣਾ, ਜੇ ਸਾਈਨ 90 ਮਾਈਨਸ ਹੋਊਗਾ ਤਾਂ ਤੁਸੀਂ ਪਿੱਛੇ ਨੂੰ ਜਾਣਾ। ਐਜ਼ ਇਟ ਇਜ਼ ਇੱਥੇ ਜੇ 180 ਪਲੱਸ ਹੈ ਤਾਂ ਤੁਸੀਂ ਅੱਗੇ ਨੂੰ ਜਾਣਾ, 180 ਮਾਈਨਸ ਹੈ ਤਾਂ ਤੁਸੀਂ ਪਿੱਛੇ ਜਾਣਾ, ਠੀਕ ਹੈ। ਤਾਂ ਹੁਣ ਦੇਖੋ ਜਿਵੇਂ ਵੈਲਿਊ ਹੈ ਇਹਦੀ, ਇੱਥੇ ਲਿਖ ਦਈਏ ਆਪਾਂ 90 और with 90 और 270 वैल्यू चेंज, मतलब वैल्यू नहीं ट्रिग्नोमेट्रिक फंक्शन ट्रिग्नोमेट्रिक रेशो लिख सकते हैं आप है ना, विद 180 और 360 ट्रिग्नोमेट्रिक रेशो रिमेन्स सेम, उन्हां नाल सेम रहिंदी है। फॉर एग्जाम्पल जिमें यही सीगा आपां साइन 180 वाला करते हैं, साइन 180 डिग्री, इनू आपां लिख सकते हैं साइन 90 प्लस 90। सब तो पहला तुसीं देखना इत्थे 90 दे नाल साइन काहदे चेंज हो रहा है अपना? कॉस दे विच, तां कॉस लिखोगे। 90 प्लस प्लस मतलब अगे नूं जावांगे आपां, तां इत्थे किहड़ा क्वाड्रेंट आ रहा अपना? सैकेंड क्वाड्रेंट आ रहा, तो सैकेंड क्वाड्रेंट दे विच साइन आ वाला देखना, तुसीं आ नहीं देखना। साइन अपना की हुंदा? पॉजिटिव, तो साइन भी इत्थे की लग जूगा? पॉजिटिव, ठीक है। आ वाला जिहड़ा एंगल आ ये एज इट इज़ इत्थे लिख देना। क्लीयर? हुण इत्थों चैक कर लो कॉस 90 की वैल्यू कितनी आ? 0। दैट मीनस साइन 180 की वैल्यू अपनी कितनी आ गई? 0 डिग्री। इत्थे आपां टेबल च साइन 180 कितना लिखिया? 0। क्लीयर है ये चीज़, ठीक है। नैक्सट जिवें आपां एक एंगल करते हैं साइन 120 लिख लीए, ठीक है। साइन 120 नूं या तो आप 90 प्लस 30 लिख सकते हैं, ठीक है, या साइन 180 नूं आपां की लिख सकते हैं? 180 माइनस 60 भी लिख सकते हैं, ठीक है। दोनों वेज के नाल करैक्ट अपना, क्योंकि आपां नूं तां 120 चाहिए, दोनों वेज के नाल आ रहा। हुण देखो जदों साइन 90 प्लस 30 है, 90 प्लस प्लस मतलब अगे जाना है, साइन इत्थे की हुंदा? पॉजिटिव, एंड 90 नाल साइन काहदे चेंज होऊगा? कॉस दे विच, वी गैट कॉस 30। कॉस 30 की वैल्यू इत्थों चैक कर लो कितनी हुंदी अपने कोल? √3/2। दैट मीनस साइन 120 की वैल्यू कितनी आ गई? √3/2। क्लीयर? नैक्सट इधरों देखो, इधरों भी वैल्यू सेम आऊगी, बस करन दा वे डिफरेंट है उस तो। देखो साइन 180 दे नाल मैं की कहा सीगा? सेम रहिंदा, तो साइन दा साइन ही रहूगा, ठीक है। उहदा आपां वो देखते हैं साइन 180 माइनस मतलब पिछे नूं जाना है आपां। इत्थे साइन ते कोसिकेंट पॉजिटिव हुंदे आ, तां आंसर की आऊगा अपना? पॉजिटिव साइन, ठीक है। 60 एज इट इज़। साइन 60 की वैल्यू चैक कर लो कितनी हुंदी है? √3/2, वी गैट √3/2। तो आंसर तो सेम ही आएगा, करन दा वे जिहड़ा मर्जी। क्लीयर है इन्नी चीज़। नैक्सट एक नोट आ, वो याद रखियो जदों आपां क्वेश्चनस करांगे उन्हां दे विच यूज़ करांगे आपां, वो की आ? साइन 2n प्लस x इक्वल्स टू, देखो जदों भी इत्थे 2π होऊगा उहदे नाल कुछ भी मल्टीप्लाई हो रहा 1 2 3 कोई भी n मतलब, ठीक है, एवरी इंटीजर, तो इत्थे वैल्यू की होगी अपनी? साइन x ही रहूगा। क्लीयर? जदों कॉस 2nπ प्लस x, फिर इत्थे एनी इंटीजर आ कुछ भी 1 2 3 4 कुछ भी है, तो यदा भी की रहेगा? कॉस x। क्लीयर? मतलब जदों आपां कोई भी इदां दी वैल्यू फाइंड आउट करनी आ
ਤਾਂ ਆਪਾਂ ਕੀ ਕਰਿਆ ਕਰਾਂਗੇ, ਉਹਨੂੰ 2π ਨਾਲ ਡਿਵਾਈਡ ਕਰਕੇ ਦੇਖਿਆ ਕਰਾਂਗੇ। n ਉੱਥੇ ਜੋ ਮਰਜ਼ੀ ਆਈ ਜਾਵੇ, ਠੀਕ ਹੈ। 2nπ ਪਲੱਸ x ਇਕਲਸ ਟੂ ਕਿਹਦੇ ਲਿਖਿਆ ਕਰਾਂਗੇ, ਸਾਈਨ x, ਮਤਲਬ ਸਾਈਨ ਲਿਖ ਕੇ ਉਹਦੇ ਨਾਲ ਆਹ ਵਾਲਾ ਐਂਗਲ ਲਿਖ ਦਿਆ ਕਰਾਂਗੇ। ਕਲੀਅਰ, ਕੁਐਸਚਨਸ ਦੇ ਵਿੱਚ ਜ਼ਿਆਦਾ ਕਲੀਅਰ ਹੋ ਜਾਊਗਾ। ਹੁਣ ਕੁਐਸਚਨਸ ਕਰਦੇ ਹਾਂ ਆਪਾਂ ਐਕਸਰਸਾਈਜ਼ 3.2 ਦੇ, ਠੀਕ ਹੈ। ਹਾਂਜੀ, ਐਕਸਰਸਾਈਜ਼ 3.2 ਕੁਐਸਚਨ ਨੰਬਰ ਫਸਟ, find the values of other 5 trigonometric functions in exercise 1 to 5। ਮਤਲਬ 1 to 5 ਕੁਐਸਚਨਸ ਗਿਵਨ ਹੈ ਆਪਾਂ ਨੂੰ, ਠੀਕ ਹੈ। ਉਹਨੂੰ ਐਕਸਰਸਾਈਜ਼ ਬੋਲ ਰਹੇ ਆ ਇਹ। 1 to 5 ਆਪਣੇ ਕੋਲ ਕੁਐਸਚਨਸ ਗਿਵਨ ਨੇਗੇ। ਇਹਨਾਂ ਦੇ ਵਿੱਚ ਇੱਕ ਇੱਕ ਟ੍ਰਿਗਨੋਮੈਟ੍ਰਿਕ ਫੰਕਸ਼ਨ ਆਪਾਂ ਨੂੰ ਦਿੱਤਾ ਹੋਇਆ। ਟੋਟਲ ਕਿੰਨੇ ਹੁੰਦੇ ਆ, 6। ਮਤਲਬ ਬਾਕੀ ਦੇ 5 ਦੀ ਆਪਾਂ ਵੈਲਿਊ ਫਾਈਂਡ ਆਊਟ ਕਰਨੀ ਹੈ। ਦੇਖੋ, ਠੀਕ ਹੈ। ਕੁਐਸਚਨ ਨੰਬਰ ਫਸਟ ਆਪਣਾ cos x ਇਕਲਸ ਟੂ -1/2 ਗਿਵਨ ਆ। x ਲਾਈਜ਼ ਇਨ ਥਰਡ ਕੁਆਡਰੈਂਟ। ਕਹਿੰਦੇ ਜਿਹੜਾ ਆਹ ਵਾਲਾ x ਆ ਉਹ ਥਰਡ ਕੁਆਡਰੈਂਟ ਦੇ ਵਿੱਚ ਲਾਈ ਕਰਦਾ। ਸਭ ਤੋਂ ਪਹਿਲਾਂ ਦੇਖੋ ਡਾਇਗਰਾਮ ਬਣਾਓ ਆਪਣੀ। ਜਦੋਂ ਆਪਣਾ ਥਰਡ ਆ ਹੁੰਦਾ ਫਸਟ, ਆ ਸੈਕਿੰਡ, ਆ ਹੈਗਾ ਆਪਣਾ ਥਰਡ ਕੁਆਡਰੈਂਟ, ਆ ਹੈਗਾ ਫੋਰਥ। ਥਰਡ ਕੁਆਡਰੈਂਟ ਦੇ ਵਿੱਚ ਲਾਈ ਕਰਦਾ ਤਾਂ ਆਪਾਂ ਇੱਥੇ ਟਰਾਇੰਗਲ ਬਣਾਵਾਂਗੇ, ਠੀਕ ਹੈ। ਇੱਥੇ ਹੋਊਗਾ ਆਪਣਾ ਰਾਈਟ ਐਂਗਲ। ਕਲੀਅਰ। ਤਾਂ ਹੁਣ cos x ਦੀ ਵੈਲਿਊ -1/2 ਆ। ਪਰ ਆਫਟਰ ਸਕੂਲ ਟੂ ਕਾਲਜ, ਠੀਕ ਹੈ। ਆਪਣਾ cos x ਕੀ ਦਿੱਤਾ ਹੋਇਆ, -1/2। cos x ਹੁੰਦਾ, ਇਹਦੇ ਕਰਨ ਦੇ 2 ਮੈਥਡਸ ਨੇ। ਮੈਂ ਈਜ਼ੀ ਮੈਥਡ ਕਰਵਾਉਂਗੀ। ਅਗਰ ਕਿਸੇ ਨੇ ਸੈਕਿੰਡ ਮੈਥਡ ਕਰਨਾ ਤਾਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਦਿਓ, ਤਾਂ ਮੈਂ ਇੱਕ ਹੋਰ ਵੀਡੀਓ ਬਣਾ ਦੂੰਗੀ ਉਸ ਦੇ ਉੱਪਰ, ਠੀਕ ਹੈ। ਦੇਖੋ ਹੁਣ cos x ਆਪਣਾ ਹੁੰਦਾ ਕੀ ਆ, ਪੰਡਿਤ ਬੱਦਰੀ ਪ੍ਰਸਾਦ ਦੇ ਵਿੱਚੋਂ b/h। ਕਲੀਅਰ। ਤਾਂ ਆਪਣੇ ਕੋਲ ਇੱਥੋਂ b ਦੀ ਵੈਲਿਊ ਕਿੰਨੀ ਆ ਜਾਏਗੀ, -1। ਮਤਲਬ ਆ ਆਪਣੇ ਕੋਲ ਬੇਸ ਕਿੰਨਾ ਆ ਗਿਆ, -1। ਹਾਈਪੋਟੀਨਿਊਜ਼ ਆਪਣੇ ਕੋਲ ਕਿੰਨਾ ਹੋ ਗਿਆ, 2, ਠੀਕ ਹੈ। ਤਾਂ ਆਪਾਂ ਪਰਪੈਂਡੀਕੂਲਰ ਫਾਈਂਡ ਆਊਟ ਕਰਨਾ। ਸਭ ਤੋਂ ਪਹਿਲਾਂ ਇਹ ਆਪਣਾ ਬੇਸ ਹੈ, ਇਹ ਹਾਈਪੋਟੀਨਿਊਜ਼ ਦੇ ਪਰਪੈਂਡੀਕੂਲਰ, ਠੀਕ ਹੈ। ਆਪਾਂ ਇਹ ਮੈਥਡ ਕੀਤਾ ਹੋਇਆ ਗਾ। ਸਿਰਫ ਫਰਕ ਕੀ ਆ, ਆਪਾਂ ਨੂੰ ਇੱਥੇ ਕੁਆਡਰੈਂਟ ਦੱਸੇ ਹੋਏ ਆ ਕਿ ਕਿਹੜੇ ਕੁਆਡਰੈਂਟ ਦੇ ਵਿੱਚ ਲਾਈ ਕਰਦਾ ਗਾ, ਠੀਕ ਹੈ। ਹੁਣ ਦੇਖੋ ਆਪਣੇ ਕੋਲ b/h ਹੁੰਦਾ cos x। ਆਪਣੇ ਕੋਲ ਬੇਸ ਦੀ ਵੈਲਿਊ ਕਿੰਨੀ ਆ ਗਈ, -1। ਹਾਈਪੋਟੀਨਿਊਜ਼ ਦੀ ਵੈਲਿਊ ਆਪਣੇ ਕੋਲ ਕਿੰਨੀ ਆ ਗਈ, 2। ਤਾਂ ਆਪਾਂ ਕੀ ਕੱਢਣਾ, ਪਰਪੈਂਡੀਕੂਲਰ। ਆਪਣਾ ਫਿਰ ਉਹੀ ਫਾਰਮੂਲਾ ਕਿਹੜਾ, ਪਾਈਥਾਗੋਰਸ ਥਿਊਰਮ। ਯੂਜ਼ਿੰਗ ਪਾਈਥਾਗੋਰਸ ਥਿਊਰਮ ਆਪਣੇ ਕੋਲ ਕੀ ਆਊਗਾ, h² ਇਕਲਸ ਟੂ p² ਪਲੱਸ b²। ਪੁੱਟ ਕਰ ਦਈਏ। h ਆਪਣੇ ਕੋਲ ਕਿੰਨਾ, 2²। p ਆਪਣੇ ਕੋਲ ਫਾਈਂਡ ਆਊਟ ਕਰਨਾ, ਬੇਸ ਕਿੰਨਾ, -1², ਠੀਕ ਹੈ। 4 ਇਕਲਸ ਟੂ p² ਪਲੱਸ 1, ਕਿਉਂਕਿ ਮਾਈਨਸ ਦਾ ਸਕੁਆਇਰ ਕਿੰਨਾ ਹੁੰਦਾ, ਪਲੱਸ ਹੀ ਹੁੰਦਾ। 1 ਇੱਧਰ ਆ ਕੇ -p²। 4 - 1 ਆਪਣੇ ਕੋਲ ਕਿੰਨਾ ਹੁੰਦਾ, 3p²। ਇੱਥੋਂ p ਦੀ ਪਰਪੈਂਡੀਕੂਲਰ ਦੀ ਵੈਲਿਊ ਕਿੰਨੀ ਆ ਗਈ ਆਪਣੇ ਕੋਲ, 3 ਆ ਗਈ। ਕਲੀਅਰ। ਪਰਪੈਂਡੀਕੂਲਰ ਆ ਗਿਆ ਆਪਣਾ। ਬਾਕੀ ਵਾਲੇ ਆਪਾਂ ਕੱਢਨੇ ਆ ਆਪਣੇ ਟ੍ਰਿਗਨੋਮੈਟ੍ਰਿਕ ਰੇਸ਼ੋਜ਼, ਉਹ ਕੱਢਦੇ ਆ ਆਪਾਂ। ਦੇਖੋ ਜਿਵੇਂ ਸਾਈਨ x, ਇੱਥੇ x ਐਂਗਲ, ਸਾਈਨ x ਕੀ ਹੁੰਦਾ ਆਪਣਾ, p/h। ਪੰਡਿਤ ਬੱਦਰੀ ਪ੍ਰਸਾਦ ਦੇ ਵਿੱਚੋਂ ਦੇਖਣਾ ਆਪਾਂ, ਠੀਕ ਹੈ। ਨੈਗੇਟਿਵ ਸਾਈਨ ਆਪਾਂ ਉਹਨੂੰ ਦੇਖ ਕੇ ਲਾਵਾਂਗੇ, ਆਫਟਰ ਸਕੂਲ ਟੂ ਕਾਲਜ। ਮਤਲਬ ਇੱਥੇ ਸਿਰਫ tan x ਤੇ cot x ਪੋਜ਼ੀਟਿਵ ਹੋਣਗੇ, ਬਾਕੀ ਸਾਰੇ ਕੀ ਹੋਣਗੇ, ਨੈਗੇਟਿਵ। p ਦੀ ਵੈਲਿਊ ਆਪਣੀ ਕਿੰਨੀ ਆ, p ਦੀ ਵੈਲਿਊ ਕਿੰਨੀ ਆਈ ਆ, 3। h ਆਪਣੇ ਕੋਲ ਹਾਈਪੋਟੀਨਿਊਜ਼ ਕਿੰਨਾ, 2। ਸਾਈਨ x ਇੱਥੇ ਕੀ ਆ, ਨੈਗੇਟਿਵ, ਤਾਂ ਸਾਈਨ ਕਾਹਦਾ ਲਗਾ ਦਿਓ, ਮਾਈਨਸ ਦਾ, ਠੀਕ ਹੈ। cos x ਆਪਣੇ ਕੋਲ ਹੈਗਾ ਹੀ ਆ। ਨੈਕਸਟ ਆਪਾਂ ਕੱਢਣਾ tan x। tan ਕੀ ਹੁੰਦਾ ਆਪਣਾ, p/b। p ਆਪਣੇ ਕੋਲ ਕਿੰਨਾ ਆਇਆ, 3। ਬੇਸ ਆਪਣਾ ਕਿੰਨਾ, ਇੱਕ ਵਾਰ 1 ਲਿਖੋ ਇੱਥੇ, ਠੀਕ ਹੈ। tan x ਆਪਣੇ ਕੋਲ ਕੀ ਹੁੰਦਾ ਇੱਥੇ, ਪੋਜ਼ੀਟਿਵ, ਤਾਂ ਸਾਈਨ ਕੀ ਆ ਜਾਊਗਾ, ਪੋਜ਼ੀਟਿਵ, ਠੀਕ ਹੈ। ਇੱਥੇ ਆਪਣੇ ਕੋਲ ਫਿਰ ਕੋਸੀਕੈਂਟ x। ਕੋਸੀਕੈਂਟ x ਇਹਦਾ ਹੁੰਦਾ ਰੈਸੀਪ੍ਰੋਕਲ, ਮਤਲਬ ਕੀ ਹੋ ਜਾਊਗਾ, -2/3, ਠੀਕ ਹੈ। ਨੈਕਸਟ ਕੱਢਣਾ ਆਪਾਂ ਸੀਕੈਂਟ x। ਸੀਕੈਂਟ ਕਿਹਦਾ ਰੈਸੀਪ੍ਰੋਕਲ ਹੁੰਦਾ, cos ਦਾ, ਤਾਂ ਆਨਸਰ ਕੀ ਆ ਜਾਊ, -2/1। ਦੈਟ ਮੀਨਸ -2 ਲਿਖ ਦਿਓ। ਨੈਕਸਟ ਆਪਾਂ ਕੱਢਣਾ cot x। cot ਕਿਹਦਾ ਰੈਸੀਪ੍ਰੋਕਲ ਹੁੰਦਾ ਆਪਣੇ ਕੋਲ, tan ਦਾ, ਤਾਂ ਕੀ ਆ ਜਾਊਗਾ ਆਪਣੇ ਕੋਲ 1/3।
3 ठीक है। आही 5 आपां ट्रिग्नोमैट्रिक फंक्शनस ਦੀਆਂ वैल्यूज़ ਕੱਢਣੀਆਂ ਸੀਗੀਆਂ, ਇਹੀ ਕੱਢਤੀਆਂ। 10th ਦੇ ਵਿੱਚ ਸੇਮ ਚੀਜ਼ ਕੀਤੀ ਹੋਈ ਆ ਤੁਸੀਂ, ਸੇਮ ਕੁਐਸਚਨਸ, ਬਸ ਫਰਕ ਇੱਥੇ ਕੀ ਆਪਾਂ ਨੂੰ ਕੁਆਡਰੈਂਟ ਦਿੱਤਾ ਹੋਇਆ ਕਿ ਐਕਸ ਕਿਹੜੇ ਕੁਆਡਰੈਂਟ ਦੇ ਵਿੱਚ ਲਾਈ ਕਰਦਾ, ਉਹਦਾ ਕੀ ਕੰਮ ਹੈ, ਸਿਰਫ ਆਪਣੇ ਕੋਲ ਇੱਥੇ ਨੈਗੇਟਿਵ ਸਾਈਨ ਪੋਜ਼ਿਟਿਵ ਸਾਈਨ ਦੇਖ ਕੇ ਲਗਾਉਣੇ ਆ। ਕਲੀਅਰ ਹੈ ਕੁਐਸਚਨ। ਨਾਓ ਕੁਐਸਚਨ ਸੈਕਿੰਡ, sin x equals to 3/5 x lies in second quadrant। डायग्राम बनाइए आप, फर्स्ट सेकंड थर्ड फोर्थ, आफ्टर स्कूल टू कॉलेज। अपना x किहड़े विच है, सैकेंड क्वाड्रेंट च, तां अपनी ट्राइंगल सैकेंड क्वाड्रेंट च बनूगी। क्लीयर। अपने कोल साइन थीटा दिता होया, मतलब साइन एक्स दिता होया 3/5, मतलब साइन की हुंदा P/H, पंडित बद्री प्रसाद तो, ठीक है। तो परपेंडिकुलर अपना कितना दिता इत्थे 3, हाईपोटेन्यूज आपां नूं कितना गिवन आ 5, ये परपेंडिकुलर, ये हाईपोटेन्यूज, आपां बेस फाइंड आउट करना। फिर वही यूजिंग पाइथागोरस थ्योरम, h² इक्वल्स टू p² प्लस b², 5² इक्वल्स टू p की वैल्यू 3² प्लस बेस आपां ने फाइंड आउट करना। 25 इक्वल्स टू 9 प्लस b², 25 माइनस 9 इक्वल्स टू b², 16 इक्वल्स टू b², b की वैल्यू 4। ਜਦੋਂ ਸਕੁਆਇਰ ਹਟਦਾ ਉਧਰਲੀ ਸਾਈਡ ਸਕੁਆਇਰ ਰੂਟ ਜਾਂਦਾ, ਸਕੁਆਇਰ ਰੂਟ ਦੇ ਵਿੱਚੋਂ ਪੋਜ਼ਿਟਿਵ ਨੈਗੇਟਿਵ ਵੈਲਿਊ ਬਾਹਰ ਆਉਂਦੀ ਆ। ਮੈਂ ਇੱਥੇ ਪੋਜ਼ਿਟਿਵ ਹੀ ਲਿਖ ਰਹੀ ਹਾਂ ਕਿਉਂਕਿ ਬੇਸ ਆਪਣੀ ਲੈਂਥ ਹੁੰਦੀ ਆ ਪੋਜ਼ਿਟਿਵ, ਠੀਕ ਹੈ। ਲੈਂਥ ਆਲਵੇਜ਼ ਕੀ ਹੁੰਦੀ ਆ, ਪੋਜ਼ਿਟਿਵ ਹੁੰਦੀ ਆ। ਤਾਂ ਇੱਕ ਵਾਰ 4 ਆ ਗਿਆ, ਠੀਕ ਹੈ। ਇੱਥੇ ਆਪਾਂ ਨੂੰ ਪਤਾ ਕਿ ਇੱਧਰ ਵਾਈ ਐਕਸਿਸ ਨੈਗੇਟਿਵ ਹੁੰਦਾ, -4 ਆਊਗਾ ਪੱਕਾ, ਬਟ 4 ਯੂਨਿਟਸ ਲਿਖ ਕੇ ਛੱਡ ਦਿਓ ਕਿਉਂਕਿ ਉਹ ਲੈਂਥ ਆ, ਠੀਕ ਹੈ। ਕਿਉਂਕਿ ਆਪਾਂ cos x tan x ਜਦੋਂ ਕੱਢਾਂਗੇ ਉਹ ਆਪਾਂ ਨੂੰ ਪਤਾ ਚੱਲ ਹੀ ਜਾਊ ਕਿ ਨੈਗੇਟਿਵ ਆ ਰਿਹਾ ਕਿ ਪੋਜ਼ਿਟਿਵ ਆ ਰਿਹਾ, ਠੀਕ ਹੈ। ਦੇਖੋ sin x ਆਪਾਂ ਨੂੰ ਗਿਵਨ ਆ, ਨੈਕਸਟ ਆਪਾਂ ਕੱਢਣਾ ਹੈ cos x। cos x ਆਪਣਾ ਕੀ ਹੁੰਦਾ, B/H, ਪੰਡਿਤ ਬਦਰੀ ਪ੍ਰਸਾਦ, ਹਰ ਹਰ ਬੋਲੇ ਸੋਨਾ ਚਾਂਦੀ ਤੋਲੇ ਤੋਂ। ਬੇਸ ਆਪਣਾ ਕਿੰਨਾ ਹੈ 4, ਹਾਈਪੋਟੇਨਿਊਜ਼ ਆਪਣਾ ਕਿੰਨਾ ਹੈ 5। ਹੁਣ ਦੇਖੋ ਆਫਟਰ ਸਕੂਲ ਮਤਲਬ ਇੱਥੇ ਸਿਰਫ sin x ਤੇ ਕੋਸਿਕੈਂਟ x ਕੀ ਹੋਣਗੇ, ਪੋਜ਼ਿਟਿਵ, ਬਾਕੀ ਸਾਰੇ ਨੈਗੇਟਿਵ, ਤਾਂ ਇਹ cos x ਕੀ ਹੋਊਗਾ, ਨੈਗੇਟਿਵ। ਨੈਕਸਟ ਆਪਾਂ ਕੱਢਣਾ tan x। tan ਕੀ ਹੁੰਦਾ ਆਪਣਾ P/B, ਪਰਪੈਂਡੀਕੂਲਰ ਆਪਣਾ ਕਿੰਨਾ ਹੈ 3, ਬੇਸ ਆਪਣਾ ਕਿੰਨਾ ਹੈ 4, tan ਵੀ ਇੱਥੇ ਕੀ ਹੈਗਾ ਨੈਗੇਟਿਵ, ਤਾਂ ਆਨਸਰ ਸਾਈਨ ਕੀ ਲਗਾ ਦਿਓ ਮਾਈਨਸ, ਠੀਕ ਹੈ। ਨੈਕਸਟ ਆਪਾਂ ਕੱਢਣਾ ਕੋਸਿਕੈਂਟ x। ਕੋਸਿਕੈਂਟ ਕਿਹਦਾ ਰੈਸੀਪ੍ਰੋਕਲ, ਸਾਈਨ ਦਾ, ਤਾਂ ਕੀ ਆ ਗਿਆ 5/3। ਨੈਕਸਟ ਕੱਢਣਾ ਸੀਕੈਂਟ x। ਸੀਕੈਂਟ ਕਿਹਦਾ ਰੈਸੀਪ੍ਰੋਕਲ, cos ਦਾ। ਬਸ ਤੁਹਾਨੂੰ ਇਹ ਯਾਦ ਹੋਣੇ ਚਾਹੀਦੇ ਆ ਕਿ ਕਿਹੜਾ ਕਿਹਦਾ ਰੈਸੀਪ੍ਰੋਕਲ ਆ, ਤੇ ਆ ਪੰਡਿਤ ਬਦਰੀ ਪ੍ਰਸਾਦ ਵਾਲਾ, ਠੀਕ ਹੈ। ਬਾਕੀ ਤਾਂ ਈਜ਼ੀ ਹੋਈ ਆ। ਨੈਕਸਟ ਕੱਢਣਾ ਆਪਾਂ cot x। cot ਕਿਹਦਾ ਰੈਸੀਪ੍ਰੋਕਲ, tan ਦਾ, ਤਾਂ -4/3। ਕਲੀਅਰ ਹੈ ਕੁਐਸਚਨ। ਨੈਕਸਟ ਆਪਣਾ ਫੋਰਥ, ਥਰਡ ਬਿਲਕੁਲ ਸੇਮ ਹੀ ਆ, ਤੁਸੀਂ ਕਰਕੇ ਕਮੈਂਟ ਸੈਕਸ਼ਨ ਦੇ ਵਿੱਚ ਆਨਸਰ ਦਿਓ, ਠੀਕ ਹੈ। ਫੋਰਥ ਹੈ ਸੀਕੈਂਟ x ਇਕਲਸ ਟੂ 13.5, x ਲਾਈਜ਼ ਇਨ ਫੋਰਥ ਕੁਆਡਰੈਂਟ। ਕਹਿੰਦੇ x ਫੋਰਥ ਕੁਆਡਰੈਂਟ ਦੇ ਵਿੱਚ ਲਾਈ ਕਰਦੀ ਆ। ਸੀਕੈਂਟ x ਦੀ ਵੈਲਿਊ ਗਿਵਨ ਆ। ਸਭ ਤੋਂ ਪਹਿਲਾਂ ਆਪਾਂ ਡਾਇਗਰਾਮ ਬਣਾਵਾਂਗੇ। ਫੋਰਥ ਕੁਆਡਰੈਂਟ ਇਹ ਹੁੰਦਾ ਫਸਟ, ਸੈਕਿੰਡ, ਥਰਡ, ਇਹ ਹੁੰਦਾ ਆਪਣਾ ਫੋਰਥ, ਠੀਕ ਹੈ। ਇੱਥੇ ਡਾਇਗਰਾਮ ਬਣੂ ਆਪਣੀ, ਦੇਖੋ ਕੀ ਗਿਵਨ ਆ, ਸੀਕੈਂਟ। ਸੀਕੈਂਟ ਕਿਹਦਾ ਰੈਸੀਪ੍ਰੋਕਲ ਹੁੰਦਾ ਆਪਣਾ, cos ਦਾ। cos ਕੀ ਹੁੰਦਾ B/H, ਤਾਂ ਇਹ ਕੀ ਹੋ ਜੂ ਆਪਣਾ H/B। ਕਲੀਅਰ। ਮਤਲਬ ਹਾਈਪੋਟੇਨਿਊਜ਼ ਆਪਣਾ ਕਿੰਨਾ ਹੈ 13 ਐਂਡ ਬੇਸ ਆਪਣਾ ਕਿੰਨਾ ਹੈ 5, ਠੀਕ ਹੈ। ਹਾਈਪੋਟੇਨਿਊਜ਼ 13, ਬੇਸ ਆਪਣਾ ਕਿੰਨਾ 5। ਆਪਾਂ ਕੀ ਫਾਈਂਡ ਆਊਟ ਕਰਨਾ ਹੈ, ਪਰਪੈਂਡੀਕੂਲਰ, ਠੀਕ ਹੈ। ਯੂਜ਼ਿੰਗ ਪਾਈਥਾਗੋਰਸ ਥਿਊਰਮ, h² ਇਕਲਸ ਟੂ p² ਪਲਸ b²। ਵੈਲਿਊਜ਼ ਪੁੱਟ ਕਰੋ। क्लियर। 13 स्क्वायर 169, p² प्लस 25, 169 माइनस 25 इक्वल्स टू p², 144 इक्वल्स टू p²। p अपनी किन्नी आ गई इत्थे 12 यूनिट्स। क्लीयर। मतलब परपेंडिकुलर कितना हो गया 12। नाउ आफ्टर स्कूल टू कॉलेज, मतलब cos x एंड सीकेंड x की ने पॉजिटिव, बाकी सारे की ने गए नैगेटिव, ठीक है। ਆਪਾਂ ਸਾਈਨ ਕੱਢਣਾ, ਸਾਈਨ x ਕੀ ਹੁੰਦਾ ਆਪਣਾ P/H। ਪਰਪੈਂਡੀਕੂਲਰ ਕਿੰਨਾ ਆਪਣਾ 12, ਹਾਈਪੋਟੇਨਿਊਜ਼ ਕਿੰਨਾ 13,
ਸਾਈਨ ਇੱਥੇ ਕੀ ਆ ਨੈਗੇਟਿਵ, ਤਾਂ ਸਾਈਨ ਕਾਹਦਾ ਲੱਗ ਗਿਆ ਨੈਗੇਟਿਵ। ਨਾਲ ਹੀ ਇਹਦਾ ਕੋਸੀਕੈਂਟ ਐਕਸ ਕੱਢ ਦਿਓ, ਇਹਦਾ ਰੈਸੀਪ੍ਰੋਕਲ ਆਂਸਰ ਕੀ ਆ ਜਾਏਗਾ -13/12। ਨੈਕਸਟ ਕੱਢਣਾ cos x, ਸੀਕੈਂਟ ਗਿਵਨ ਆ, ਸੀਕੈਂਟ cos ਦਾ ਹੀ ਰੈਸੀਪ੍ਰੋਕਲ ਹੁੰਦਾ ਤਾਂ 5/13। ਕਲੀਅਰ। b/h ਲਿਖਣਾ, b/h ਲਿਖ ਕੇ। tan x ਕੀ ਹੁੰਦਾ ਆਪਣਾ p/b, ਪਰਪੈਂਡੀਕੂਲਰ ਆਪਣਾ ਕਿੰਨਾ 12, ਬੇਸ ਆਪਣਾ ਕਿੰਨਾ 5। tan x ਇੱਥੇ ਕੀ ਹੁੰਦਾ ਨੈਗੇਟਿਵ, ਤਾਂ ਸਾਈਨ ਨੈਗੇਟਿਵ। ਕਲੀਅਰ। cot x ਇਹਦਾ ਰੈਸੀਪ੍ਰੋਕਲ -5/12। ਕਲੀਅਰ। ਬਹੁਤ ਈਜ਼ੀ ਕੁਐਸਚਨ ਨੇ, ਬਸ ਤੁਸੀਂ ਸਿਰਫ ਕੁਆਡਰੈਂਟ ਚੈੱਕ ਕਰਨਾ ਕਿਹੜੇ ਕੁਆਡਰੈਂਟ ਦੇ ਵਿੱਚ ਲਾਈ ਕਰਦਾ, ਉਹਨੂੰ ਦੇਖ ਦੇਖ ਕੇ ਸਾਈਨ ਲਗਾਈ ਜਾਣੇ ਆ। ਕਲੀਅਰ। ਹਾਂਜੀ ਨੈਕਸਟ ਕੁਐਸਚਨ, find the values of the trigonometric functions in exercise 6 to 10। 6 to 10 ਆਪਾਂ ਨੂੰ ਕੁਐਸਚਨਸ ਦਿੱਤੇ ਹੋਏ ਆ, ਉਹਨਾਂ ਦੇ ਵਿੱਚ ਟ੍ਰਿਗਨੋਮੈਟ੍ਰਿਕ ਫੰਕਸ਼ਨਸ ਦੀਆਂ ਆਪਾਂ ਵੈਲਿਊਜ਼ ਫਾਈਂਡ ਆਊਟ ਕਰਨੀ ਆ। 6th ਕੁਐਸਚਨ ਆਪਣਾ ਸਾਈਨ 765। ਦੇਖੋ ਆਪਾਂ ਨੂੰ ਸਿੰਪਲ ਪਹਿਲਾਂ ਸੀਕੈਂਟ ਐਕਸ ਸਾਈਨ ਐਕਸ ਉਹਨਾਂ ਦੀਆਂ ਵੈਲਿਊਜ਼ ਗਿਵਨ ਸੀ ਹੈ ਨਾ, ਹੁਣ ਆਪਾਂ ਨੂੰ ਨਾਲ ਐਂਗਲ ਦਿੱਤਾ ਹੋਇਆ ਸਾਈਨ 765, ਆਪਾਂ ਇਹਦੀ ਵੈਲਿਊ ਫਾਈਂਡ ਆਊਟ ਕਰਨੀ ਹੈ। ਆਪਾਂ ਹਰ ਵਾਰ ਇੱਦਾਂ ਦੇ ਕੁਐਸਚਨ ਦੇ ਵਿੱਚ ਕੀ ਕਰਨਾ, ਇਹਨੂੰ 360 ਨਾਲ ਡਿਵਾਈਡ ਕਰੋ, ਕਿਉਂਕਿ ਤੁਹਾਨੂੰ ਕੀ ਦੱਸਿਆ ਸੀਗਾ ਸਾਈਨ 2n ਪਾਈ ਪਲਸ ਐਕਸ ਇਕਲਸ ਟੂ ਕਿਹਦੇ ਸੀ ਸਾਈਨ ਐਕਸ ਦੇ, ਐਜ਼ ਇਟ ਇਜ਼ cos 2n ਪਾਈ ਐਕਸ ਪਲਸ 2n ਪਾਈ ਪਲਸ ਐਕਸ ਇਕਲਸ ਟੂ ਕਿਹਦੇ ਐਕਸ ਸੀ ਕਿਹਦੇ ਇਕੁਅਲ ਸੀ cos x ਦੇ, ਤਾਂ ਆਲਵੇਜ਼ ਆਪਾਂ 2 ਪਾਈ ਮੀਨਸ 360 ਨਾਲ ਡਿਵਾਈਡ ਕਰਾਂਗੇ ਇੱਥੇ ਜੋ ਵੀ ਐਂਗਲ ਹੋਊਗਾ। ਕਲੀਅਰ ਹੈ ਇੰਨੀ ਚੀਜ਼। ਦੇਖੋ 765 ਨੂੰ 360 ਨਾਲ ਡਿਵਾਈਡ ਕਰੋ, 2 ਤੇ 720, ਠੀਕ ਹੈ 545। ਆਲਵੇਜ਼ ਇੱਥੇ ਐਂਗਲ ਇੱਦਾਂ ਦਾ ਹੀ ਬਚੂ ਜਿਹਦੀ ਵੈਲਿਊ ਆਪਾਂ ਨੂੰ ਪਤਾ ਹੈ 30, 0, 30, 45, 60 ਜਾਂ ਫਿਰ 90, ਠੀਕ ਹੈ ਇੱਦਾਂ ਦੀਆਂ ਵੈਲਿਊਜ਼ ਬਚਣਗੀਆਂ ਇੱਥੇ। ਤਾਂ ਹੁਣ ਦੇਖੋ ਆਪਾਂ ਇਹਨੂੰ ਕੀ ਲਿਖ ਸਕਦੇ ਹਾਂ, ਸਾਈਨ 765 ਡਿਵੀਡੈਂਡ ਹੈ, ਇਹਨੂੰ ਕੀ ਲਿਖਾਂਗੇ ਡਿਵਾਈਜ਼ਰ ਇਨਟੂ ਕੋਸ਼ੈਂਟ ਪਲੱਸ ਰਿਮਾਈਂਡਰ, ਠੀਕ ਹੈ। ਤਾਂ ਇਹਨੂੰ ਕੀ ਲਿਖਾਂਗੇ ਆਪਾਂ 360 ਮਲਟੀਪਲਾਈਡ ਬਾਈ 2 ਪਲੱਸ 45। ਕਲੀਅਰ। ਆ ਬਣ ਗਿਆ ਨਾ ਆਪਣਾ 2 ਪਾਈ, ਇਹੀ ਆਪਾਂ ਨੂੰ ਚਾਹੀਦਾ ਸੀ, ਤਾਂ ਇਹਦੀ ਵੈਲਿਊ ਆਲਵੇਜ਼ ਕੀ ਹੁੰਦੀ ਆ ਸਾਈਨ ਐਕਸ, ਠੀਕ ਹੈ। ਇੱਥੇ ਪਲੱਸ ਹੈ ਤਾਂ ਕਰਕੇ ਆਪਾਂ ਨੂੰ ਦੇਖਣ ਦੀ ਜ਼ਿਆਦਾ ਜ਼ਰੂਰਤ ਨਹੀਂ, ਸਿੰਪਲ ਲਿਖ ਦਿਓ ਸਾਈਨ 45। ਕਲੀਅਰ। ਜੇ ਇਹ ਮਾਈਨਸ ਹੁੰਦਾ ਤਾਂ ਆਪਾਂ ਕੀ ਚੈੱਕ ਕਰਦੇ, ਇੱਥੇ ਆਪਣਾ 2 ਪਾਈ ਹੁੰਦਾ, 2 ਪਾਈ ਮਾਈਨਸ, ਤਾਂ ਇੱਥੇ ਆਫਟਰ ਸਕੂਲ ਟੂ ਕਾਲਜ ਆਪਾਂ ਨੂੰ ਸਾਈਨ ਦੇਖਣਾ ਪੈਂਦਾ ਸੀ। ਜੇ cos x ਜਾਂ ਸੀਕੈਂਟ x ਹੁੰਦਾ ਉਹਦਾ ਹੀ ਪੋਜ਼ੀਟਿਵ ਹੁੰਦਾ, ਬਾਕੀ ਸਾਰੇ ਕੀ ਹੁੰਦੇ ਨੈਗੇਟਿਵ। ਹੁਣ 2 ਪਾਈ ਪਲੱਸ ਹੈ ਤਾਂ ਫਸਟ ਕੁਆਡਰੈਂਟ ਬਣਦਾ ਆਪਣਾ, ਇੱਥੇ ਸਾਰੇ ਕੀ ਹੁੰਦੇ ਆ ਪੋਜ਼ੀਟਿਵ। ਕਲੀਅਰ ਐਨੀ ਚੀਜ਼। ਤਾਂ ਹੁਣ ਦੇਖੋ ਸਾਈਨ 45 ਆ ਗਿਆ ਆਪਣੇ ਕੋਲ, ਸਾਈਨ 45 ਦੀ ਵੈਲਿਊ ਕਿੰਨੀ ਸੀ ਆਪਣੇ ਕੋਲ ਟੇਬਲ 'ਚੋਂ 1/√2, ਠੀਕ ਹੈ। ਬਹੁਤ ਈਜ਼ੀ ਜੇ ਕੁਐਸਚਨ ਨੇ, ਐਜ਼ ਇਟ ਇਜ਼ ਹੋਈ ਜਾਣਗੇ ਸਾਰੇ, ਠੀਕ ਹੈ। ਬਸ 360 ਨਾਲ ਡਿਵਾਈਡ ਕਰਨਾ ਤੁਸੀਂ। ਹਾਂਜੀ ਦੇਖੋ ਜਿਵੇਂ 7th ਆ ਕੋਸੀਕੈਂਟ ਮਾਈਨਸ 1410 ਡਿਗਰੀ, ਠੀਕ ਹੈ। ਸਭ ਤੋਂ ਪਹਿਲਾਂ ਆਪਾਂ ਮਾਈਨਸ ਜਾਂ ਤਾਂ ਬਾਹਰ ਕੱਢ ਸਕਦੇ ਹਾਂ ਜਾਂ ਫਿਰ ਇਹਨੂੰ ਅੰਦਰ ਰੱਖ ਕੇ ਦੋਨੋਂ ਵੇਜ਼ ਦੇ ਨਾਲ ਕਰ ਸਕਦੇ ਹਾਂ ਆਪਾਂ, ਠੀਕ ਹੈ। ਮਾਈਨਸ ਬਾਹਰ ਕੱਢਦੇ ਹਾਂ ਆਪਾਂ, ਕਿਉਂਕਿ cos ਦਾ ਐਂਗਲ ਪੋਜ਼ੀਟਿਵ ਦਿੰਦਾ ਗਾ ਐਂਡ ਸੀਕੈਂਟ ਪੋਜ਼ੀਟਿਵ ਦਿੰਦਾ, ਬਾਕੀ ਸਾਰਿਆਂ ਦੇ ਸਾਈਨ ਕੀ ਹੁੰਦੇ ਨੇਗੇ ਨੈਗੇਟਿਵ, ਤਾਂ ਇਹਦਾ ਸਾਈਨ ਮਾਈਨਸ ਬਾਹਰ ਆ ਜਾਏਗਾ। ਆਪਣੇ ਕੋਲ ਕੀ ਰਹਿ ਗਿਆ ਕੋਸੀਕੈਂਟ 1410, ਠੀਕ ਹੈ। ਹੁਣ ਇਹਨੂੰ 360 ਤੇ ਡਿਵਾਈਡ ਕਰੋ 1410 ਨੂੰ, ਠੀਕ ਹੈ 1440 ਕਿੰਨੇ ਤੇ 4 ਤੇ। ਇੱਥੇ ਆਪਣੇ ਕੋਲ ਆਲਵੇਜ਼ ਪੋਜ਼ੀਟਿਵ ਪੋਜ਼ੀਟਿਵ ਨਹੀਂ ਈਵਨ ਨੰਬਰ ਦੇਖਿਆ ਕਰੋ, ਠੀਕ ਹੈ, ਤਾਂ ਉਹਦੇ ਨਾਲ ਈਜ਼ੀ ਰਹਿੰਦਾ। ਇਹ ਆਪਣੇ ਕੋਲ ਆ ਗਿਆ -30, ਤਾਂ ਆਪਾਂ 1410 ਦੀ ਜਗ੍ਹਾ 'ਤੇ ਕੀ ਲਿਖ ਸਕਦੇ ਹਾਂ 1440 ਮਾਈਨਸ 1410 ਲਿਖ ਸਕਦੇ ਹਾਂ ਮਤਲਬ ਇਹਨੂੰ, ਠੀਕ ਹੈ। ਤਾਂ ਆਪਾਂ ਕੀ ਲਿਖਾਂਗੇ 360 ਇੰਟੂ 4 ਮਾਈਨਸ 30। ਕਲੀਅਰ ਹੈ ਇੰਨੀ ਚੀਜ਼। ਕੋਸ਼ੈਂਟ ਨੂੰ ਇਹਦੇ ਨਾਲ ਮਲਟੀਪਲਾਈ ਕਰਕੇ ਆਪਣੇ, ਠੀਕ ਹੈ, ਡਿਵਾਈਜ਼ਰ ਨਾਲ ਪਲੱਸ ਰਿਮਾਈਂਡਰ ਹੁੰਦਾ, ਪਲੱਸ ਇੰਟੂ ਮਾਈਨਸ ਮਾਈਨਸ ਹੋ ਗਿਆ, ਤਾਂ ਸਾਈਨ ਇੱਥੇ ਕੀ ਬਣ ਗਿਆ ਮਾਈਨਸ। ਕਲੀਅਰ। ਇੱਥੇ ਫਿਰ ਆਪਣੇ ਕੋਲ ਈਵਨ ਨੰਬਰ ਪਿਆ ਗਾ, ਠੀਕ ਹੈ, ਤਾਂ ਇਹ ਚੇਂਜ ਨਹੀਂ ਹੁੰਦਾ ਹੈਗਾ 360,
माइनस कोसिकेंट ही रहूगा। ठीक है, हुण देखो इत्थे इत्थे 360 हुंदा। ठीक है, जदों ईवन आ मतलब इत्थे ही आके रुकांगे आपां। ठीक है, जे इत्थे आके ही रुकांगे 360 माइनस माइनस मतलब आपां पिछे नूं जावांगे आफ्टर स्कूल टू कॉलेज, तो इत्थे कोसिकेंट अपना की होऊगा माइनस दा, तो आपां एक माइनस होर लगा दांगे नाल। समझ आई आ वाली माइनस, क्योंकि इत्थे कॉस एक्स ते सीकेंट एक्स ही पॉजिटिव हुंदे आ, बाकी सारे की हुंदे आ नैगेटिव। तो कोसिकेंट अपना की होऊगा माइनस, तो अंदर एंगल कितना आ गया अपने कोल 30 डिग्री। क्लीयर, माइनस इंटू माइनस प्लस कोसिकेंट 30 डिग्री। कोसिकेंट 30 की वैल्यू की हुंदी अपने कोल 2। ठीक है, इहदा सैकेंड वे देखो, जे आपां माइनस बाहर नहीं कढ़ना, जिहदे विच कोई कन्फ्यूजन लगदी है तुहानूं, कोसिकेंट माइनस 1410 डिग्री। ठीक है, देखो आपां इहनूं की लिख सकते हैं, माइनस एज इट इज़ लिख लो। ठीक है, आपां इहनूं की लिख सकते हैं 360 इंटू 4 प्लस 30 माइनस 30, क्योंकि इत्थे तो आपां ही चीज़ लिखांगे इहनूं डिविडेंड नूं डिवाइजर इंटू कोशेंट प्लस रिमाइंडर। ठीक है, हुण आपां की करदे हां, आ वाले माइनस नूं अंदर मल्टीप्लाई कर दो, 360 इंटू माइनस 4 माइनस इंटू माइनस प्लस। क्लीयर है इन्नी चीज़। 360 नूं किसी भी ईवन नाल मल्टीप्लाई किया 360 नाल नो चेंज। ठीक है, तो कोसिकेंट ही रहूगा। हुण कोसिकेंट प्लस है, आ चाहे माइनस होवे चाहे प्लस, इहदे नाल कोई मतलब नहीं, ये सिर्फ आपां नूं रोटेशन दसदा कि 1 2 3 4 इत्थे आके रुक गए आपां। ठीक है, इस तो बाद प्लस हो रहा, प्लस मतलब अगे नूं जाना है आपां, तो इत्थे सारे की हुंदे आ पॉजिटिव, तो साइन काहदा आ जाऊगा प्लस दा 30 डिग्री एज इट इज़। क्लीयर, कोसिकेंट 30 की वैल्यू 2, ये अपना आ गया आंसर। क्लीयर, नैक्सट 8th क्वेश्चन, tan 19 पाई अपॉन 3। ठीक है, देखो tan 19 नूं आपां इस वे नाल लिखना कि जिहड़ा आपां अगे अखर लिखांगे ना वो 3 ते डिवाइड होवे, मतलब आपां इहनूं लिख सकते हैं 18 पाई प्लस पाई लिख सकते हैं 19 पाई नूं, क्योंकि 18 दे विच एक प्लस किया 19 हुंदा अपॉन 3। ठीक है, तो इहनूं ब्रेक करो, हुण आपां की लिख सकते हैं इहनूं 18 पाई अपॉन 3 प्लस पाई अपॉन 3। क्लीयर, ये कट गया ना। हमेशा इनू इस वे नाल लिखना कि कट के अपने कोल ईवन ही बनाओ इत्थे। ठीक है, उहदे नाल तुहानूं कोई मुश्किल नहीं आऊगी। tan 6 पाई प्लस पाई अपॉन 3, हुण फिर बन गया ये 2 पाई इंटू 3 लिख सकते हैं इनू आपां। ईवन आ तां लिखण की लोड़ भी नहीं हैगी, ये तो सिर्फ मैं तुहानूं समझाउण लई लिख रही हाँ, क्योंकि 2 पाई n प्लस एक्स की हुंदा अपना tan x ही रह जूगा। ठीक है, tan पाई अपॉन 3, tan पाई दी tan पाई अपॉन 3 की वैल्यू कितनी हुंदी अपनी √3, तो अपने कोल की आ गया आंसर। क्लीयर, इत्थे अपने कोल प्लस सी तां करके आपां नूं क्वाड्रेंट चैक करन दी लोड़ नहीं पई, जे माइनस हुंदा तां आपां नूं चैक करना पैना सी। क्लीयर, नैक्सट 9th क्वेश्चन, साइन -11 पाई अपॉन 3। हुण इहनूं भी आपां -11 पाई नूं इस वे नाल लिखना कि वो 3 ते जिहड़ा अगे वाला अखर 3 ते डिवाइड हुंदा होवे, तां आपां इहनूं की लिख सकते हैं -12 पाई प्लस 1 पाई लिख सकते हैं, क्योंकि -12 प्लस 1 कितना हुंदा -11। क्लीयर, साइन इनू ब्रेक कर दो, -12 पाई अपॉन 3 प्लस पाई अपॉन 3, कटिंग करके कितना आ गया -4, साइन -4 पाई प्लस पाई अपॉन 3। क्लीयर, इनू आपां की लिख सकते हैं 2 पाई दे वे नाल, 2 पाई इंटू -2, क्योंकि -4 पाई आ जाओ प्लस पाई अपॉन 3, फिर आ गया 2 पाई इंटू n, साइन ही दूगा, साइन भी इत्थे की आ प्लस, तो एज इट इज़ साइन पाई अपॉन 3, साइन पाई अपॉन 3 की वैल्यू कितनी हुंदी अपने कोल √3/2। ठीक है,